Dear students, let us learn English grammar. First of all, we will discuss about narration. Narration ਦੇ ਵਿੱਚ ਅਸੀਂ ਸਿੱਖਾਂਗੇ ਕਿ how to convert direct speech into indirect speech. ਬੱਚੇ ਸਭ ਤੋਂ ਪਹਿਲੇ ਦੇਖੀਏ ਕਿ direct speech ਕੀ ਹੁੰਦੀ ਤੇ indirect speech ਕੀ ਹੁੰਦੀ ਹੈ। direct speech ਦੀ ਜੇਕਰ ਅਸੀਂ ਗੱਲ ਕਰੀਏ ਤੇ ਇਹਦੇ ਵਿੱਚ ਕੀ ਹੁੰਦਾ ਕਿ ਕਿਸੇ ਪਰਸਨ ਦੁਆਰਾ ਕਹੇ ਹੋਏ ਸ਼ਬਦਾਂ ਨੂੰ ਜਿਉਂ ਦਾ ਤਿਉਂ ਹੀ दूसरे परसन ਨੂੰ दस देना, दैट इज़ डायरैक्ट स्पीच. रिपोर्टिंग द मैसेज ऑफ द स्पीकर इन द एग्जैक्ट वर्ड्स एज स्पोकन बाय हिम, कि उस दे कहे हुए शब्दां ਨੂੰ एग्जैक्टली उस तरह ही प्रगट कर देना. फॉर एग्जाम्पल, माया सैड आई एम बिजी नाउ. माया ने कहा कि मैं हुण बिजी हाँ. ਉਹਦੇ ਕਹੇ ਹੋਏ ਸ਼ਬਦਾਂ ਨੂੰ ਅਸੀਂ ਉਸੇ ਤਰ੍ਹਾਂ ਹੀ ਲਿਖ ਦਿੱਤਾ, ਇਸ ਕਰਕੇ ਇਹ ਵਾਲਾ ਸੈਂਟੈਂਸ ਹੈਗਾ डायरैक्ट स्पीच. हुण असीं गल करते हैं इनडायरैक्ट स्पीच की. इनडायरैक्ट स्पीच वो हुंदा आ जिहदे विच किसी परसन द्वारा कहे हुए शब्दां नूं असीं अपने शब्दां दे विच प्रगट करिए, उस नूं बोलदे आ इनडायरैक्ट स्पीच. फॉर एग्जाम्पल, शी सैड आई एम हैप्पी. उसने कहा कि मैं खुश हाँ. हुण असीं इस नूं इस तरह दूसरे परसन नूं दसांगे, शी सैड शी वाज हैप्पी. उसने कहा कि ਉਹ खुश ਸੀ. ਇਸ ਕਰਕੇ ਇਹ ਸੈਂਟੈਂਸ ਜਿਹਦੇ ਵਿੱਚ ਅਸੀਂ ਉਸ ਦੇ ਕਹੇ ਹੋਏ ਸ਼ਬਦਾਂ ਨੂੰ ਆਪਣੇ ਤਰੀਕੇ ਨਾਲ ਪ੍ਰਗਟ ਕੀਤਾ, ਇਸ ਕਰਕੇ ਇਸ ਨੂੰ ਅਸੀਂ ਕਹਾਂਗੇ ਇਨਡਾਇਰੈਕਟ ਸਪੀਚ. ਨਰੇਸ਼ਨ ਦੇ ਅਗਲੇ ਰੂਲ ਸਮਝਣ ਤੋਂ ਪਹਿਲਾਂ ਆਓ ਦੇਖੀਏ ਕਿ ਜਿਹੜਾ ਡਾਇਰੈਕਟ ਸਪੀਚ ਵਾਲਾ ਸੈਂਟੈਂਸ ਹੈ ਉਹਦੇ ਕਿੰਨੇ ਪਾਰਟਸ ਹੁੰਦੇ। ਬੱਚੇ ਉਹਦੇ ਨਾ 2 ਪਾਰਟਸ ਹੁੰਦੇ, ਰਿਪੋਰਟਡ ਵਰਬ ਤੇ ਰਿਪੋਰਟਡ ਸਪੀਚ. ਜਿਵੇਂ ਕਿ ਅਸੀਂ ਪਹਿਲੇ ਹੀ ਕਿਹਾ ਕਿ ਡਾਇਰੈਕਟ ਸੈਂਟੈਂਸ ਵਿੱਚ ਕਿਸੇ ਪਰਸਨ ਦੁਆਰਾ ਕਹੇ ਹੋਏ ਸ਼ਬਦਾਂ ਨੂੰ ਐਜ਼ ਸੱਚ ਲਿਖਿਆ ਹੁੰਦਾ, ਅਤੇ ਇਹਦੇ ਵਿੱਚ ਨਾ ਇਹਦੀ ਪਛਾਣ ਕੀ ਹੈ ਕਿ ਜਿਹੜੇ ਕਿਸੇ ਦੁਆਰਾ ਕਹੇ ਹੋਏ ਸ਼ਬਦ ਹੁੰਦੇ ਉਹਨਾਂ ਨੂੰ ਇਨਵਰਟਡ ਕੋਮਾਸ ਵਿੱਚ ਰੱਖਿਆ ਹੁੰਦਾ. ਇਹਦੇ ਵਿੱਚ ਦੇਖੋ ਯੂ ਆਰ ਮਾਈ ਬੈਸਟ ਫਰੈਂਡ, ਇਹਨੂੰ ਇਨਵਰਟਡ ਕੋਮਾਸ ਵਿੱਚ ਰੱਖਿਆ, ਇਸ ਕਰਕੇ ਇਹ ਕੀ ਹੈ ਰਿਪੋਰਟਡ ਸਪੀਚ. ਅਤੇ ਜਿਹੜੇ ਬਾਕੀ ਦੇ ਵਰਡਸ ਜਿਹੜੇ ਸ਼ੁਰੂ ਵਿੱਚ ਸੈਂਟੈਂਸ ਆਉਂਦਾ ਆ ਉਹ ਕੀ ਆ ਰਿਪੋਰਟਡ ਵਰਬ. ਅਤੇ ਬੱਚਿਓ ਇਹ ਤੁਸੀਂ ਭੁਲੇਖਾ ਨਹੀਂ ਖਾਣਾ, ਇਸ ਤਰ੍ਹਾਂ ਵੀ ਹੋ ਸਕਦਾ ਕਿ ਕੋਈ ਸੈਂਟੈਂਸ ਪਹਿਲਾਂ ਵੀ ਇਨਵਰਟਡ ਕੋਮਾਸ ਵਿੱਚ ਰੱਖਿਆ ਹੋ ਸਕਦਾ. ਜੇਕਰ ਜਿਹੜਾ ਵੀ ਸੈਂਟੈਂਸ ਇਨਵਰਟਡ ਕੋਮਾਸ ਵਿੱਚ ਹੋਏ ਹਮੇਸ਼ਾ ਉਹੀ ਰਿਪੋਰਟਡ ਸਪੀਚ ਹੁੰਦੀ ਹੈ, ਅਤੇ ਜਿਹੜੇ ਬਾਕੀ ਵਰਡਸ ਹੁੰਦੇ ਆ ਉਹ ਭਾਵੇਂ ਸਟਾਰਟਿੰਗ ਵਿੱਚ ਆਉਣ ਅਤੇ ਭਾਵੇਂ ਐਂਡ ਵਿੱਚ ਆਉਣ, ਉਹ ਹਮੇਸ਼ਾ ਰਿਪੋਰਟਡ ਵਰਬ ਹੁੰਦੇ ਆ. ਅਤੇ ਜਿਹੜੇ ਕਿਸੇ ਦੁਆਰਾ ਕਹੇ ਹੋਏ ਸ਼ਬਦ ਹੁੰਦੇ ਜਿਨ੍ਹਾਂ ਨੂੰ ਅਸੀਂ ਇਨਵਰਟਡ ਕੋਮਾਸ 'ਚ ਰੱਖਦੇ ਹਾਂ ਉਹ ਹਮੇਸ਼ਾ ਰਿਪੋਰਟਡ ਸਪੀਚ ਹੁੰਦੀ ਹੈ. ਅੱਗੇ ਅਸੀਂ ਸਿੱਖਾਂਗੇ ਕਿ ਡਾਇਰੈਕਟ ਸਪੀਚ ਤੋਂ ਇਨਡਾਇਰੈਕਟ ਬਣਾਉਣ ਦੇ ਸਮੇਂ ਪ੍ਰੋਨਾਊਨਸ ਨੂੰ ਕਿਵੇਂ ਚੇਂਜ ਕਰਨਾ ਆ. ਅਤੇ ਬੱਚਿਓ ਇਹ ਵੀ ਡਿਪੈਂਡ ਕਰਦਾ ਆ ਰਿਪੋਰਟਡ ਵਰਬ ਅਤੇ ਰਿਪੋਰਟਡ ਸਪੀਚ ਦੇ ਉੱਪਰ. ਸਭ ਤੋਂ ਪਹਿਲੇ ਦੇਖੋ, ਹੀ ਸੈਡ ਟੂ ਮੀ ਯੂ ਆਰ ਮਾਈ ਬੈਸਟ ਫਰੈਂਡ. ਇਹ ਇੱਕ ਸੈਂਟੈਂਸ ਹੈਗਾ, ਇਹਦੇ ਵਿੱਚ ਅਸੀਂ ਦੇਖਣਾ ਵਾ ਕਿ ਜਿਹੜਾ ਰਿਪੋਰਟਡ ਵਰਬ ਹੈ ਨਾ ਉਹਦੇ ਵਿੱਚ ਸਬਜੈਕਟ ਕਿਹੜਾ ਓਬਜੈਕਟ ਕਿਹੜਾ ਆ. ਉਸ ਤੋਂ ਬਾਅਦ ਅਸੀਂ ਦੇਖਣਾ ਕਿ ਰਿਪੋਰਟਡ ਸਪੀਚ ਦੇ ਵਿੱਚ ਕਿਹੜੇ ਕਿਹੜੇ ਪ੍ਰੋਨਾਊਨਸ ਆਏ ਆ, ਉਹਨਾਂ ਪ੍ਰੋਨਾਊਨਸ ਨੂੰ ਪਹਿਲੇ ਅਸੀਂ ਆਇਡੈਂਟੀਫਾਈ ਕਰ ਲੈਣਾ ਵਾ. ਸਭ ਤੋਂ ਪਹਿਲੇ ਅਸੀਂ ਆਇਡੈਂਟੀਫਾਈ ਕਰਾਂਗੇ ਕਿ ਰਿਪੋਰਟਡ ਸਪੀਚ ਦੇ ਵਿੱਚ ਕਿਹੜੇ ਕਿਹੜੇ ਪ੍ਰੋਨਾਊਨਸ ਆਏ ਆ. ਜਿਵੇਂ ਇਹਦੇ ਵਿੱਚ ਦੇਖੋ ਯੂ ਅਤੇ ਇੱਕ ਮਾਈ, 2 ਜਿਹੜੇ ਪ੍ਰੋਨਾਊਨਸ ਆਏ ਆ. ਹੁਣ ਬੱਚੋ ਤੁਹਾਨੂੰ ਪਤਾ ਪ੍ਰੋਨਾਊਨਸ ਜਿਹੜੇ ਉਹ 3 ਟਾਈਪਸ ਦੇ ਹੁੰਦੇ, ਫਸਟ ਪਰਸਨ, ਸੈਕਿੰਡ ਪਰਸਨ ਅਤੇ ਥਰਡ ਪਰਸਨ. ਫਸਟ ਪਰਸਨ ਉਹ ਹੁੰਦਾ ਜਿਹੜਾ ਪਰਸਨ ਗੱਲ ਕਰ ਰਿਹਾ ਹੋਵੇ, ਜਿਵੇਂ ਆਈ, ਵੀ ਆਪਣੇ ਵੱਲ ਇਸ਼ਾਰਾ ਕਰਦਾ. ਸੈਕਿੰਡ ਪਰਸਨ ਜਿਸ ਦੇ ਨਾਲ ਗੱਲ ਕਰ ਰਹੇ ਹਾਂ, ਅਤੇ ਥਰਡ ਪਰਸਨ ਹੁੰਦਾ ਕਿ ਜਿਸ ਦੇ ਬਾਰੇ ਵਿੱਚ ਅਸੀਂ ਗੱਲ ਕਰ ਰਹੇ ਹਾਂ. ਇਸ ਟੇਬਲ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਪ੍ਰੋਨਾਊਨਸ ਦਿੱਤੇ ਹੋਏ ਆ, ਬਟ ਮੈਂ ਹੁਣ ਤੁਹਾਨੂੰ ਇੱਕ ਰੂਲ ਦੱਸਾਂਗੀ. ਇਹ ਰੂਲ ਹੈਗਾ ਇੱਧਰ ਵਾਲੇ ਪਾਸੇ ਤੁਸੀਂ ਲਿਖ ਲੈਣਾ 1 2 3 ਹੇਠਾਂ ਨੂੰ, ਅਤੇ ਉਹਦੇ ਸਾਹਮਣੇ ਲਿਖ ਲੈਣਾ SON. ਇੱਥੇ 1 2 3 ਦਾ ਮਤਲਬ ਕੀ ਹੈ? 1 ਮੀਨਸ ਫਸਟ ਪਰਸਨ, 2 ਮੀਨਸ ਸੈਕਿੰਡ ਪਰਸਨ, 3 ਮੀਨਸ ਥਰਡ ਪਰਸਨ. ਜਿਹੜਾ SON ਲਿਖਿਆ ਨਾ, S ਫਾਰ ਸਬਜੈਕਟ, O ਫਾਰ ਓਬਜੈਕਟ ਅਤੇ N ਫਾਰ ਨੋ ਚੇਂਜ. ਜਦੋਂ ਵੀ ਅਸੀਂ ਹੁਣ ਸੈਂਟੈਂਸ ਅੱਗੇ ਕਰਨੇ ਆ ਅਤੇ ਅਸੀਂ ਇਸ ਚੀਜ਼ ਦਾ ਖਿਆਲ ਰੱਖਣਾ ਕਿ ਜਿਹੜੇ ਉਹਦੇ ਵਿੱਚ ਪ੍ਰੋਨਾਊਨਸ ਆਉਣੇ ਆ ਉਹਨਾਂ ਨੂੰ ਅਸੀਂ ਇਸ ਹਿਸਾਬ ਨਾਲ ਚੇਂਜ ਕਰਨਾ ਕਿ ਜੇਕਰ ਰਿਪੋਰਟਡ ਸਪੀਚ ਦਾ ਜਿਹੜਾ ਦੇ ਵਿੱਚ ਕੋਈ ਪ੍ਰੋਨਾਊਨ ਹੋਏਗਾ ਫਸਟ ਪਰਸਨ, ਅਤੇ ਉਹਨੂੰ ਅਸੀਂ ਰਿਪੋਰਟਡ ਵਰਬ ਦੇ ਸਬਜੈਕਟ ਦੇ ਅਨੁਸਾਰ ਚੇਂਜ ਕਰਾਂਗੇ. ਜੇਕਰ ਸੈਕਿੰਡ ਪਰਸਨ ਹੋਏਗਾ ਅਤੇ ਉਹਨੂੰ ਅਸੀਂ ਓਬਜੈਕਟ ਦੇ ਅਨੁਸਾਰ ਚੇਂਜ ਕਰਾਂਗੇ, ਅਤੇ ਜੇਕਰ ਥਰਡ ਪਰਸਨ ਹੋਏਗਾ ਅਤੇ
ਕੋਈ ਵੀ ਚੇਂਜ ਨਹੀਂ ਹੋਏਗੀ। ਆਓ ਹੁਣ ਅਸੀਂ ਇੱਕ ਐਗਜ਼ਾਮਪਲ ਲੈ ਕੇ ਸਮਝੀਏ। ਜਿਵੇਂ ਵੇਖੋ ਫਸਟ ਵਿੱਚ ਉਹਨੇ ਦੱਸਿਆ ਆ ਹੀ ਸੈਡ ਆਈ ਐਮ ਇਨ ਕਲਾਸ 12th। ਹੁਣ ਇਹਦੇ ਵਿੱਚ ਦੇਖੋ ਕਿ ਰਿਪੋਰਟਡ ਸਪੀਚ ਦੇ ਵਿੱਚ ਜਿਹੜਾ ਫਸਟ ਪ੍ਰੋਨਾਊਨ ਹੈਗਾ ਦੈਟ ਇਜ਼ ਆਈ ਹੁਣ ਕਿਹੜਾ ਪ੍ਰੋਨਾਊਨ ਹੈ? ਫਸਟ ਪਰਸਨ। ਇਹ ਹੁਣ ਅਸੀਂ ਦੇਖਣਾ ਆ ਕਿ ਰਿਪੋਰਟਡ ਵਰਬ ਦੇ ਵਿੱਚ ਸਬਜੈਕਟ ਕੀ ਹੈ। ਰਿਪੋਰਟਡ ਵਰਬ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਸਬਜੈਕਟ ਹੈਗਾ ਹੀ। ਇਸ ਕਰਕੇ ਹੁਣ ਆਈ ਨੂੰ ਅਸੀਂ ਹੀ ਵਾਲੇ ਪ੍ਰੋਨਾਊਨ ਵਿੱਚ ਚੇਂਜ ਕਰ ਦੇਵਾਂਗੇ ਤੇ ਇਹਦੀ ਇਨਡਾਇਰੈਕਟ ਬਣ ਜਾਏਗਾ ਹੀ ਸੇਜ਼ ਦੈਟ ਹੀ ਵਾਜ਼ ਇਨ ਦਾ ਕਲਾਸ। ਹੁਣ ਅਸੀਂ ਆਈ ਦੀ ਜਗ੍ਹਾ ਕੀ ਕਰ ਦਿੱਤਾ? ਹੀ। ਹੁਣ ਅਸੀਂ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ ਜਿਹਦੇ ਵਿੱਚ ਸੈਕੰਡ ਪਰਸਨ ਬਾਰੇ ਦੱਸਿਆ। ਜਿਵੇਂ ਦੇਖਿਓ ਸ਼ੀ ਸੇਜ਼ ਟੂ ਦੈਮ ਯੂ ਹੈਵ ਡਨ ਯੂਅਰ ਵਰਕ। ਇਹਦੇ ਵਿੱਚ ਹੁਣ ਦੇਖੋ ਰਿਪੋਰਟਡ ਸਪੀਚ ਦੇ ਵਿੱਚ ਜਿਹੜਾ ਪਹਿਲਾ ਹੀ ਪ੍ਰੋਨਾਊਨ ਹੈਗਾ ਦੈਟ ਇਜ਼ ਯੂ, ਤੇ ਤੁਹਾਨੂੰ ਪਤਾ ਹੈ ਕਿ ਯੂ ਕੀ ਹੈ? ਸੈਕੰਡ ਪਰਸਨ ਹੈ। ਇਸ ਕਰਕੇ ਇਹਦੀ ਜਿਹੜੀ ਚੇਂਜ ਹੈ ਉਹ ਰਿਪੋਰਟਡ ਵਰਬ ਦੇ ਵਿੱਚ ਹੁਣ ਦੇਖੋ ਉਹਦੇ ਆਬਜੈਕਟ ਦੇ ਅਨੁਸਾਰ ਹੋਣੀ ਹੈ। ਸ਼ੀ ਸੇਜ਼ ਟੂ ਦੈਮ ਮੀਨਸ ਕਿ ਰਿਪੋਰਟਡ ਵਰਬ ਦਾ ਜਿਹੜਾ ਆਬਜੈਕਟ ਹੈ ਦੈਟ ਇਜ਼ ਦੈਮ। ਇਸ ਕਰਕੇ ਅਸੀਂ ਇਹਨੂੰ ਦੈਮ ਵਾਲਾ ਪ੍ਰੋਨਾਊਨ ਜਿਹੜਾ ਕਿ ਦੇ ਬਣਦਾ ਆ ਉਹਦੇ ਵਿੱਚ ਚੇਂਜ ਕਰ ਦਾਂਗੇ ਤੇ ਸੈਂਟੈਂਸ ਕੀ ਬਣ ਜਾਏਗਾ? ਸ਼ੀ ਟੈਲਸ ਦੈਮ ਦੈਟ ਦੇ ਹੈਵ ਡਨ ਦੇਅਰ ਵਰਕ। ਤੇ ਜਿਹੜਾ ਯੂਅਰ ਹੀ ਉਹਦੀ ਜਗ੍ਹਾ ਕੀ ਆ ਜਾਣਾ ਹੁਣ? ਦੇਅਰ। ਇਸੇ ਤਰ੍ਹਾਂ ਹੀ ਅਸੀਂ ਇੱਕ ਹੋਰ ਸੈਂਟੈਂਸ ਲੈਂਦੇ ਹਾਂ ਜਿਹਦੇ ਵਿੱਚ ਥਰਡ ਪਰਸਨ ਹੈ ਤੇ ਅਸੀਂ ਦੇਖਿਆ ਕਿ ਥਰਡ ਪਰਸਨ ਵਿੱਚ ਅਸੀਂ ਕੋਈ ਚੇਂਜ ਨਹੀਂ ਕਰੀਦੀ। ਇਹਦਾ ਸੈਂਟੈਂਸ ਕਰਕੇ ਦੇਖਦੇ ਹਾਂ। ਹੀ ਸੇਜ਼ ਸ਼ੀ ਡਾਂਸਸ ਵੈਲ। ਹੁਣ ਸ਼ੀ ਜਿਹੜਾ ਥਰਡ ਪਰਸਨ ਹੈ ਅਸੀਂ ਇਹਨੂੰ ਐਜ਼ ਸੱਚ ਹੀ ਲਿਖ ਦੇਵਾਂਗੇ ਹੀ ਸੇਜ਼ ਦੈਟ ਸ਼ੀ ਡਾਂਸਸ ਵੈਲ। ਇਹਦੇ ਵਿੱਚ ਅਸੀਂ ਉਹਦਾ ਜਿਹੜਾ ਪ੍ਰੋਨਾਊਨ ਹੈ ਉਹਦੇ ਵਿੱਚ ਕੋਈ ਚੇਂਜ ਨਹੀਂ ਕੀਤੀ। ਨੈਕਸਟ ਸਟੈਪ ਹੈਗਾ ਹੁਣ ਅਸੀਂ ਦੇਖਣਾ ਆ ਕਿ ਜਦੋਂ ਅਸੀਂ ਡਾਇਰੈਕਟ ਟੂ ਇਨਡਾਇਰੈਕਟ ਚੇਂਜ ਕਰਦੇ ਹਾਂ ਤੇ ਟੈਂਸਸ ਵਿੱਚ ਚੇਂਜ ਕਿਵੇਂ ਹੁੰਦੀ ਹੈ। ਇਹਦੇ ਵਿੱਚ ਵੀ ਸਭ ਤੋਂ ਪਹਿਲੇ ਸਾਨੂੰ ਇਹ ਪਛਾਣ ਹੋਣੀ ਚਾਹੀਦੀ ਹੈ ਕਿ ਰਿਪੋਰਟਡ ਵਰਬ ਦਾ ਜਿਹੜਾ ਟੈਂਸ ਹੈ ਉਹ ਕਿਹੜਾ ਆ। ਇੱਧਰ ਦੇਖੋ ਇਹ ਚਾਰਟ ਹੈਗਾ। ਜੇਕਰ ਰਿਪੋਰਟਡ ਵਰਬ ਦਾ ਟੈਂਸ ਪ੍ਰੈਜ਼ੈਂਟ ਹੋਵੇ ਜਾਂ ਫਿਊਚਰ ਹੋਵੇ ਤੇ ਟੈਂਸ ਆਫ ਰਿਪੋਰਟਡ ਸਪੀਚ ਦੇ ਟੈਂਸ ਵਿੱਚ ਕੋਈ ਵੀ ਹੋ ਸਕਦਾ ਹੈ, ਉਹਦੇ 'ਚ ਉਹਨੂੰ ਨਹੀਂ ਅਸੀਂ ਕੰਸੀਡਰ ਕਰਨਾ। ਅਸੀਂ ਦੇਖਣਾ ਸਿਰਫ ਰਿਪੋਰਟਡ ਵਰਬ ਦਾ ਟੈਂਸ ਕਿਹੜਾ ਆ। ਜੇਕਰ ਰਿਪੋਰਟਡ ਵਰਬ ਦਾ ਟੈਂਸ ਪ੍ਰੈਜ਼ੈਂਟ ਹੈ ਜਾਂ ਫਿਊਚਰ ਹੈ ਤਾਂ ਫਿਰ ਜਦੋਂ ਅਸੀਂ ਡਾਇਰੈਕਟ ਟੂ ਇਨਡਾਇਰੈਕਟ ਬਣਾਉਣਾ ਨਾ ਤੇ ਫਿਰ ਰਿਪੋਰਟਡ ਸਪੀਚ ਦੇ ਟੈਂਸ ਵਿੱਚ ਕੋਈ ਵੀ ਚੇਂਜ ਨਹੀਂ ਕਰਨੀ। ਆਓ ਅਸੀਂ ਇੱਕ ਐਗਜ਼ਾਮਪਲ ਲੈ ਕੇ ਸਮਝਦੇ ਹਾਂ। ਜਿਵੇਂ ਦੇਖਿਓ ਇੱਕ ਸਾਡੇ ਕੋਲ ਐਗਜ਼ਾਮਪਲ ਹੈਗੀ ਸ਼ੀ ਸੇਜ਼ ਜਾਂ ਵਿਲ ਸੇ ਆਈ ਐਮ ਗੋਇੰਗ। ਇਹਦੇ ਵਿੱਚ ਦੇਖੋ ਜਾਂ ਤਾਂ ਫਿਊਚਰ ਹੋਵੇ ਜਾਂ ਪ੍ਰੈਜ਼ੈਂਟ ਹੋਵੇ। ਜਿਵੇਂ ਸ਼ੀ ਸੇਜ਼ ਇਹ ਪ੍ਰੈਜ਼ੈਂਟ ਹੈ ਜਾਂ ਫਿਰ ਸ਼ੀ ਵਿਲ ਸੇ ਇਹ ਕੀ ਹੈ? ਫਿਊਚਰ ਹੈ। ਤੇ ਅੱਗੇ ਸਪੀਚ ਹੈਗੀ ਆਈ ਐਮ ਗੋਇੰਗ। ਹੁਣ ਅਸੀਂ ਇਹਨੂੰ ਇਨਡਾਇਰੈਕਟ ਵਿੱਚ ਜਦੋਂ ਚੇਂਜ ਕਰਨਾ ਨਾ ਤਾਂ ਇਹ ਫਿਰ ਸਾਡੇ ਕੋਲ ਕੀ ਆ ਜਾਣਾ ਵਾ? ਸ਼ੀ ਸੇਜ਼ ਜਾਂ ਵਿਲ ਸੇ ਸ਼ੀ ਇਜ਼ ਗੋਇੰਗ। ਅਸੀਂ ਉਹਦਾ ਸੈਂਟੈਂਸ ਜਿਹੜਾ ਉੱਪਰ ਰਿਪੋਰਟਡ ਸਪੀਚ ਦਾ ਸੈਂਟੈਂਸ ਪ੍ਰੈਜ਼ੈਂਟ ਸੀਗਾ ਤੇ ਅਸੀਂ ਇਨਡਾਇਰੈਕਟ ਬਣਾਉਂਦੇ ਸਮੇਂ ਵੀ ਉਹਦਾ ਟੈਂਸ ਪ੍ਰੈਜ਼ੈਂਟ ਹੀ ਰੱਖਣਾ ਵਾ। ਟੈਂਸ ਵਿੱਚ ਕੋਈ ਚੇਂਜ ਨਹੀਂ ਕਰਨੀ। ਇਸੇ ਤਰ੍ਹਾਂ ਹੀ ਜੇਕਰ ਪਾਸਟ ਹੋਵੇ ਰਿਪੋਰਟਡ ਵਰਬ ਦਾ ਟੈਂਸ ਜਿਹੜਾ ਉਹ ਪਾਸਟ ਹੋਵੇ ਤਾਂ ਫਿਰ ਇਸ ਚਾਰਟ ਦੇ ਅਨੁਸਾਰ ਅਸੀਂ ਚੇਂਜ ਕਰਨੀ ਹੈ। ਜਿਵੇਂ ਸਿੰਪਲ ਪ੍ਰੈਜ਼ੈਂਟ ਚੇਂਜ ਇਨਟੂ ਸਿੰਪਲ ਪਾਸਟ, ਪ੍ਰੈਜ਼ੈਂਟ ਪਾਸਟ ਕੰਟੀਨਿਊਸ, ਪ੍ਰੈਜ਼ੈਂਟ ਕੰਟੀਨਿਊਸ ਜਿਹੜਾ ਉਹ ਪਾਸਟ ਕੰਟੀਨਿਊਸ ਚੇਂਜ ਹੋ ਜਾਣਾ। ਪ੍ਰੈਜ਼ੈਂਟ ਪਰਫੈਕਟ ਜਿਹੜਾ ਪਾਸਟ ਪਰਫੈਕਟ ਵਿੱਚ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਜਿਹੜਾ ਪਾਸਟ ਪਰਫੈਕਟ ਕੰਟੀਨਿਊਸ ਵਿੱਚ ਚੇਂਜ ਹੋ ਜਾਣਾ। ਬਟ ਇੱਕ ਚੀਜ਼ ਦਾ ਖਿਆਲ ਰੱਖਣਾ, ਇਹ ਤਾਂ ਹੋ ਗਏ ਕਿ ਪ੍ਰੈਜ਼ੈਂਟ ਦੇ ਸਾਰੇ ਹੀ ਪਾਸਟ ਵਿੱਚ ਚੇਂਜ ਹੋ ਜਾਣੇ। ਹੁਣ ਪਾਸਟ ਵਾਲੇ ਕਿਵੇਂ ਚੇਂਜ ਹੋਣੇ ਆ? ਜੇਕਰ ਸਿੰਪਲ ਪਾਸਟ ਹੋਵੇ ਨਾ ਉਹਨੇ ਚੇਂਜ ਹੋ ਜਾਣਾ ਪਾਸਟ ਪਰਫੈਕਟ ਵਿੱਚ। ਜੇਕਰ ਪਾਸਟ ਕੰਟੀਨਿਊਸ ਹੋਵੇ ਉਹਨੇ ਚੇਂਜ ਹੋ ਜਾਣਾ ਵਾ ਪਾਸਟ ਪਰਫੈਕਟ ਕੰਟੀਨਿਊਸ ਵਿੱਚ। ਇਹ ਦੋ ਸੈਂਟੈਂਸਸ ਦਾ ਤੁਸੀਂ ਯਾਦ ਰੱਖਣਾ ਆ। ਹੁਣ ਅਸੀਂ ਇੱਕ ਐਗਜ਼ਾਮਪਲ ਲੈ ਕੇ ਇਸ ਚੀਜ਼ ਨੂੰ ਸਮਝਦੇ ਹਾਂ। ਤਾਂ ਅਸੀਂ ਲੈਂਦੇ ਹਾਂ ਪਹਿਲਾਂ ਸਿੰਪਲ ਪ੍ਰੈਜ਼ੈਂਟ ਚੇਂਜ ਇਨਟੂ ਸਿੰਪਲ ਪਾਸਟ। ਇਹਦੇ ਵਿੱਚ ਦੇਖੋ ਡਾਇਰੈਕਟ ਸੈਂਟੈਂਸ ਸਾਡੇ ਕੋਲ ਹੈਗਾ ਆਈ ਐਮ ਅਨਵੈਲ ਸ਼ੀ ਸੈਡ। ਉਸਨੇ ਕਿਹਾ। ਹੁਣ ਅਸੀਂ ਸ਼ੀ ਸੈਡ ਨੂੰ ਪਹਿਲੇ ਦੇਖਣਾ ਇਹ ਕੀ ਹੈ? ਪਾਸਟ ਵਿੱਚ। ਇਸ ਕਰਕੇ ਹੁਣ ਅਸੀਂ ਜਿਹੜਾ ਅੰਦਰ ਵਾਲਾ ਸੈਂਟੈਂਸ ਹੈ ਨਾ ਜਿਹੜੀ ਰਿਪੋਰਟਡ ਸਪੀਚ ਹੈ ਉਹਦਾ ਟੈਂਸ ਅਸੀਂ ਚੇਂਜ ਕਰਨਾ ਆ। ਇਹਦੇ ਵਿੱਚ ਹੁਣ ਫਿਰ ਅਸੀਂ ਉਹਦਾ ਟੈਂਸ ਦੇਖਣਾ। ਇਹਦਾ ਟੈਂਸ ਕੀ ਆ? ਆਈ ਐਮ ਅਨਵੈਲ। ਐਮ ਲੱਗਿਆ ਹੋਇਆ ਇਹਦਾ ਮਤਲਬ ਇਹ ਪ੍ਰੈਜ਼ੈਂਟ ਹੈ। ਹੁਣ ਅਸੀਂ ਇਸ ਨੂੰ ਕਿਹਦੇ ਵਿੱਚ ਚੇਂਜ ਕਰ ਦੇਣਾ? ਪਾਸਟ ਵਿੱਚ। ਐਮ ਦੀ ਜਗ੍ਹਾ ਵਾਜ਼ ਆ ਜਾਣਾ। ਸ਼ੀ ਸੈਡ ਦੈਟ ਸ਼ੀ ਵਾਜ਼ ਅਨਵੈਲ। ਇਸ ਤਰ੍ਹਾਂ ਹੀ ਅਸੀਂ ਇੱਕ ਹੋਰ ਸੈਂਟੈਂਸ ਲੈ ਲੈਂਦੇ ਹਾਂ। ਜਿਵੇਂ
ਪ੍ਰੈਜ਼ੈਂਟ ਪਰਫੈਕਟ ਦਿੱਤਾ ਹੋਇਆ। ਡਾਇਰੈਕਟ ਹੈਗਾ ਹੀ ਸੈਡ। ਸ਼ੀ ਹੈਜ਼ ਫਿਨਿਸ਼ਡ ਹਰ ਹੋਮਵਰਕ। ਇਹਦੇ ਵਿੱਚ ਦੇਖੋ ਬਾਹਰ ਵਾਲਾ ਸੈਂਟੈਂਸ ਹੈਗਾ ਸੈਡ ਲੱਗਿਆ ਹੋਇਆ, ਦੈਟ ਮੀਨਸ ਕਿ ਪਾਸਟ ਹੈ। ਹੁਣ ਅਸੀਂ ਦੇਖਣਾ ਅੰਦਰ ਵਾਲੇ ਦਾ ਟੈਂਸ। ਅੰਦਰ ਵਾਲਾ ਕੀ ਹੈ? ਸ਼ੀ ਹੈਜ਼ ਫਿਨਿਸ਼ਡ ਮੀਨਸ ਕਿ ਪ੍ਰੈਜ਼ੈਂਟ ਪਰਫੈਕਟ ਹੈ, ਅਤੇ ਇਹਨੇ ਕਿਹਦੇ ਵਿੱਚ ਚੇਂਜ ਹੋ ਜਾਣਾ? ਪਾਸਟ ਪਰਫੈਕਟ ਦੇ ਵਿੱਚ। ਅਤੇ ਹੁਣ ਅਸੀਂ ਹੈਜ਼ ਦੀ ਜਗ੍ਹਾ ਕੀ ਕਰ ਦੇਣਾ? ਹੈਡ। ਹੀ ਸੈਡ ਦੈਟ ਸ਼ੀ ਹੈਡ ਫਿਨਿਸ਼ਡ ਹਰ ਹੋਮਵਰਕ। ਇਹ ਤਾਂ ਹੋ ਗਏ ਸਾਰੇ ਪ੍ਰੈਜ਼ੈਂਟ ਵਾਲੇ। ਇਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਸਿੰਪਲ ਪਾਸਟ ਹੈ ਚੇਂਜਸ ਇਨਟੂ ਪਾਸਟ ਪਰਫੈਕਟ, ਇਹਦਾ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ। ਜਿਵੇਂ ਸ਼ੀ ਸੈਡ ਇਰਵਿਨ ਅਰਾਈਵਡ ਔਨ ਸੰਡੇ। ਇਹਨੂੰ ਅਸੀਂ ਚੇਂਜ ਕਰ ਦੇਣਾ ਵਾ ਪਰਫੈਕਟ ਪਾਸਟ ਪਰਫੈਕਟ ਦੇ ਵਿੱਚ। ਸ਼ੀ ਸੈਡ ਦੈਟ ਇਰਵਿਨ ਹੈਡ ਅਰਾਈਵਡ। ਠੀਕ ਹੈ। ਉਸ ਤੋਂ ਬਾਅਦ ਹੈਗਾ ਪਾਸਟ ਕੰਟੀਨਿਊਸ। ਪਾਸਟ ਕੰਟੀਨਿਊ ਚੇਂਜ ਹੋ ਜਾਂਦਾ ਪਾਸਟ ਪਰਫੈਕਟ ਕੰਟੀਨਿਊਸ ਵਿੱਚ। ਜਿਵੇਂ ਹੈਗਾ ਕਿ ਵੀ ਵਾਰ ਪਲੇਇੰਗ ਬਾਸਕਿਟਬਾਲ। ਹੁਣ ਤੁਹਾਨੂੰ ਪਤਾ ਆ ਕਿ ਪਾਸਟ ਪਰਫੈਕਟ ਕੰਟੀਨਿਊਸ ਦੇ ਵਿੱਚ ਕੀ ਲੱਗਦਾ? ਹੈਡ। ਇਸ ਕਰਕੇ ਅਸੀਂ ਇਹਦੀ ਜਗ੍ਹਾ ਕੀ ਲਿਖਾਂਗੇ ਹੁਣ? ਦੇ ਟੋਲਡ ਮੀ ਦੈਟ ਦੇ ਹੈਡ ਬੀਨ ਪਲੇਇੰਗ ਬਾਸਕਿਟਬਾਲ। ਬੱਚੇ ਉੱਥੇ ਇੱਕ ਐਗਜ਼ੈਂਪਸ਼ਨ ਵੀ ਹੈਗੀ ਆ ਕਿ ਟੈਂਸਸ ਨੂੰ ਇੱਕ ਤਾਂ ਹੋ ਗਿਆ ਕਿ ਅਸੀਂ ਰਿਪੋਰਟਡ ਵਰਬ ਦੇ ਹਿਸਾਬ ਨਾਲ ਚੇਂਜ ਕਰ ਦੇਣਾ, ਬਟ ਇੱਕ ਚੀਜ਼ ਖਿਆਲ ਰੱਖਣੀ ਹੈ ਕਿ ਜੇਕਰ ਰਿਪੋਰਟਡ ਸਪੀਚ ਜਿਹੜੀ ਆ ਨਾ ਉਹ ਕੋਈ ਹੈਬਚੁਅਲ ਐਕਸ਼ਨ ਹੋਵੇ ਜਾਂ ਸਾਡੀ ਹੈਬਿਟ ਦੇ ਵਿੱਚ ਹੋਵੇ ਜਾਂ ਫਿਰ ਕੋਈ ਯੂਨੀਵਰਸਲ ਟਰੁੱਥ ਹੋਵੇ, ਉਸ ਟਾਈਮ 'ਤੇ ਵੀ ਅਸੀਂ ਜਿਹੜਾ ਆ ਉਸ ਸੈਂਟੈਂਸ ਦੇ ਵਿੱਚ ਕੋਈ ਚੇਂਜ ਨਹੀਂ ਕਰਨੀ। ਜਿਵੇਂ ਦੇਖੋ ਸਾਡੇ ਕੋਲ ਹੈਗਾ ਹੀ ਸੈਡ ਵੀ ਕੈਨ ਨਾਟ ਲਿਵ ਵਿਦਾਊਟ ਏਅਰ। ਇਹ ਹੈਬਚੁਅਲ ਹੈ, ਯੂਨੀਵਰਸਲ ਟਰੁੱਥ ਹੈ ਕਿ ਅਸੀਂ ਹਵਾ ਤੋਂ ਬਿਨਾਂ ਨਹੀਂ ਰਹਿ ਸਕਦੇ। ਇਹਦੇ ਵਿੱਚ ਅਸੀਂ ਹੁਣ ਕੈਨ ਨਾਟ ਨੂੰ ਚੇਂਜ ਨਹੀਂ ਕਰਨਾ, ਉਹਦਾ ਕੁਡ ਨਹੀਂ ਬਣਾਉਣਾ, ਕੋਈ ਪਾਸਟ ਨਹੀਂ ਬਣਾਉਣਾ। ਅਸੀਂ ਉਹਨੂੰ ਟੈਂਸ ਨੂੰ ਐਜ਼ ਸੱਚ ਹੀ ਰਹਿਣ ਦੇਣਾ। ਹੀ ਸੈਡ ਦੈਟ ਵੀ ਕੈਨ ਨਾਟ ਲਿਵ ਵਿਦਾਊਟ ਏਅਰ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਕੁਝ ਚੀਜ਼ਾਂ ਵਾ ਜਿਹੜੀਆਂ ਟਾਈਮ ਨਾਲ ਸੰਬੰਧਿਤ ਹੈਗੀਆਂ, ਜਿਨ੍ਹਾਂ ਨੂੰ ਅਸੀਂ ਡਾਇਰੈਕਟ ਟੂ ਇਨਡਾਇਰੈਕਟ ਚੇਂਜ ਕਰਦੇ ਸਮੇਂ ਚੇਂਜ ਕਰਨਾ ਆ। ਜਿਵੇਂ ਦਿਸ ਚੇਂਜਡ ਇਨਟੂ ਦੈਟ, ਦੇਅਰ ਦਾ ਦੋਜ਼ ਬਣਾ ਦੇਣਾ, ਨਾਓ ਦਾ ਦੈਨ, ਹੇਅਰ ਦਾ ਦੇਅਰ, ਟੂਡੇ ਦੈਟ ਡੇ, ਟੁਮਾਰੋ ਦ ਨੈਕਸਟ ਡੇ, ਯੈਸਟਰਡੇ ਦ ਪ੍ਰੀਵੀਅਸ ਡੇ, ਲਾਸਟ ਨਾਈਟ ਦ ਪ੍ਰੀਵੀਅਸ ਨਾਈਟ, ਕੈਨ, ਕੁਡ, ਮੇ, ਮਾਈਟ, ਸ਼ੈਲ, ਸ਼ੁੱਡ, ਵਿਲ, ਵੁੱਡ, ਅਗੋ, ਬਿਫੋਰ, ਜਸਟ, ਦੈਨ। ਇਸ ਤਰੀਕੇ ਨਾਲ ਇਹ ਚਾਰਟ ਤੁਸੀਂ ਯਾਦ ਰੱਖਣਾ ਆ ਕਿ ਕਿਹੜਾ ਕਿਹੜਾ ਜਿਹੜਾ ਵਰਡ ਹੈ ਉਸ ਨੂੰ ਅਸੀਂ ਇਨਡਾਇਰੈਕਟ ਬਣਾਉਂਦੇ ਸਮੇਂ ਕਿਸ ਦੇ ਵਿੱਚ ਚੇਂਜ ਕਰਨਾ ਹੈ। ਬੱਚਿਓ ਅੱਜ ਅਸੀਂ ਕੀਤੇ ਆ ਸਿੰਪਲ ਸੈਂਟੈਂਸਸ। ਨੈਕਸਟ ਵੀਡੀਓ ਵਿੱਚ ਅਸੀਂ ਕਰਾਂਗੇ ਕੁਐਸਚਨ ਮਾਰਕ ਵਾਲੇ, ਇੰਟਰੋਗੇਟਿਵ, ਐਕਸਕਲਾਮੇਟਰੀ ਸੈਂਟੈਂਸਸ ਅਤੇ ਹੋਰ ਇਨਡਾਇਰੈਕਟ ਟੂ ਡਾਇਰੈਕਟ ਸਪੀਚ।